करता पुरख निर्भयो निर्वैर अकाल मूरत अजूनी सैभं गुर प्रसाद। सतनाम वाहेगुरु साहिब जियो। राग सूही महला पहला छंत कर दूजा एक ओंकार सतगुर प्रसाद। हम कर साजन आए साचै मेल मिलाए। हम कर साजन आए साचै मेल मिलाए। सहज मिलाए हर मन भाए पंच मिले सुख पाया। साई वस्त परापत होई जिससे ती मन लाया। अनदिन मेल पया मन मानिया कर मंदर सोहाए। पंच शब्द तुन अनहद वाजे हम कर साजन आए। आओ मीत प्यारे मंगल गावो नारे। सच मंगल गावो तां प्रभ भावो सोहिलड़ा जुग चारे। अपने घर आया थान सुहाया कारज शब्द सवारे। ज्ञान महारस नेत्री अंजन त्रिभवन रूप दिखाया। सखी मिलो रस मंगल गाओ हम कर साजन आया। मन तन अमृत भिन्ना अंतर प्रेम रतन्ना। अंतर रत्न पदार्थ मेरा परम तत्व विचारो। जंत भेख तू सफल्यो दाता सिर सिर देवनहारो। तू जान ज्ञानी अंतरजामी आपे कारण कीना। सुनो सखी मन मोहन मोहिया तन मन अमृत भिन्ना। आत्म राम संसारा साचा खेल तुम्हारा। सच खेल तुम्हारा अगम अपारा। तुद बिन कौन बुझाए सिद्ध साधिक स्याणे केते। तुझ बिन कवन कहाए। काल बिकाल भये देवाने मन राखिया गुर ठाए। नानक अवगण शब्द जलाए गुण संगम प्रभ पाए। काल बिकाल भये देवाने मन राखिया गुर ठाए। नानक अवगण शब्द जलाए गुण संगम प्रभ पाए। वाहिगुरु जी का खालसा वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी दी अपर अपार अजीम बख्शिश। शाम समय असी सत्संगत दा समा माण पा रहे हैं। भावें गुरुद्वारे दी हदूद विच हाजिर होए हाँ या
TV ਰਾਹੀਂ ਹੋਰ ਮੀਡੀਆ ਆਊਟਲੈਟਸ ਰਾਹੀਂ ਦੂਰ ਦਰਾਜ਼ ਘਰਾਂ ਥਾਵਾਂ ਤੋਂ ਗੁਰਸ਼ਬਦ ਨਾਲ ਆਤਮਸਾਤ ਹੋ ਪਾ ਰਹੇ ਹਾਂ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਸੂਹੀ ਰਾਗ ਦੇ ਬਚਨ ਛੰਤ ਰੂਪ ਗੁਰਸ਼ਬਦ ਅਸੀਂ ਵਿਚਾਰਦੇ ਹਾਂ। ਲਮੇਰੇ ਸ਼ਬਦ ਦੇ 2 ਪਦੇ ਵਿਚਾਰੇ ਨੇ। 3 ਨੰਬਰ ਬੰਦ ਤੋਂ ਅੱਜ ਵਿਚਾਰ ਅੱਗੇ ਤੋਰਾਂਗੇ। ਜਿਵੇਂ ਕਿ ਪਿੱਛੇ ਤੋਂ ਬਾਤ ਆ ਰਹੀ ਹੈ, ਹਮ ਕਰ ਸਾਜਨੇ ਆਏ ਸਾਚੇ ਮੇਲ ਮਿਲਾਏ। ਇੱਕ ਮਲਾਪ ਦੇ ਰੰਗ ਨੂੰ ਤੇ ਉਸ ਮਲਾਪ ਦੇ ਰੰਗ ਨੂੰ ਰੂਹਾਨੀ ਤੌਰ 'ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਬੰਦੇ ਦੀ ਸੁਰਤ ਵਿੱਚ ਸੰਚਾਰਿਤ ਹੁੰਦੀ ਹੈ, ਜਦੋਂ ਬੰਦਾ ਇਸ ਅਹਿਸਾਸ 'ਚ ਜਾਂਦਾ ਹੈ ਕਿ ਮੈਂ ਤੇ ਰੱਬ ਦੋ ਨਹੀਂ ਗੇ, ਰੱਬ ਕਰਤਾਰ ਮੇਰੇ ਅੰਦਰ ਹੀ ਵਸ ਰਿਹਾ ਹੈ। ਉਹਦੇ ਜੀਵਨ ਯਾਪਨ ਦੇ ਵਿੱਚ ਕੁਝ ਤਬਦੀਲੀਆਂ, ਕੁਝ ਬਦਲਾਅ, ਕੁਝ ਖੇੜਾ, ਕੁਝ ਖੁਸ਼ੀ, ਉਸ ਸਾਰੇ ਨੂੰ ਗੁਰੂ ਬਾਬਾ ਜੀ ਲਫ਼ਜ਼ਾਂ 'ਚ ਪਾ ਰਹੇ ਨੇ। ਸਾਨੂੰ ਸਿੱਖਿਅਤ ਕਰ ਰਹੇ ਨੇ, ਸਾਨੂੰ ਪ੍ਰੇਰਿਤ ਕਰ ਰਹੇ ਨੇ, ਇੰਸਪੀਰੇਸ਼ਨ ਦੇ ਰਹੇ ਨੇ, ਤਾਂ ਕਿ ਸਾਨੂੰ ਇਹ ਨਾ ਲੱਗੇ ਕਿ ਇਹ ਰਾਹ ਕਿਸੇ ਹੋਰ ਦੂਸਰੇ ਤੀਸਰੇ ਚੌਥੇ ਵਾਸਤੇ ਹੋਏਗਾ। ਬਾਬਾ ਜੀ ਕਹਿੰਦੇ ਸਾਡੇ ਸਭ ਵਾਸਤੇ ਹੈ, ਅਸੀਂ ਸਭ ਨੇ ਤੁਰਨਾ ਇਸ ਰਾਹ 'ਤੇ। ਇਸੇ ਆਸ਼ੇ ਦੇ ਵਿੱਚ ਜੋ ਅੱਜ ਦਾ ਬਚਨ ਪ੍ਰਾਰੰਭ ਹੋ ਰਿਹਾ ਹੈ, ਗੁਰੂਦੇਵ ਜ਼ਿਕਰ ਕਰਦੇ ਮਨ ਤਨ ਅੰਮ੍ਰਿਤ ਪਿੰਨਾ। ਮਨ ਤਨ ਅੰਮ੍ਰਿਤ, ਅੰਮ੍ਰਿਤ ਦੇ ਤੱਤੇ ਨੂੰ ਸਿਹਾਰੀ ਪਈਏ ਵਿੱਚ, ਰਾਹੀਂ ਉਹਦੇ ਅੰਦਰ। ਮਨ ਵੀ ਤਨ ਵੀ ਆਤਮਿਕ ਜੀਵਨ ਦੇ ਉਸ ਰਸ ਵਿੱਚ ਭਿੱਜ ਗਿਆ ਹੈ। ਹੁਣ ਇਹਦੇ ਬਾਬਤ ਜਿਹਨੂੰ ਬੜਾ ਸਿੰਪਲ ਲੈਂਗੁਏਜ 'ਚ ਬਿਆਨ ਕਰਾਂ ਮੈਂ, ਤੇ ਆਪ ਅਹਿਸਾਸ ਕਰੋਗੇ ਬੰਦੇ ਦੇ ਅੰਦਰ ਜਿਹੋ ਜਿਹੇ ਇਮੋਸ਼ਨਸ, ਜਿਹੋ ਜਿਹਾ ਭਾਵ, ਖਿਆਲ, ਸੋਚ ਅਤੇ ਜਿਸ ਤਰੀਕੇ ਦੇ ਨਾਲ ਅਸੀਂ ਸੰਸਾਰ ਨੂੰ ਆਪਣੇ ਅੰਦਰ ਸਮਝ ਦੇ ਪੱਧਰ 'ਤੇ ਲੈ ਕੇ ਜਾਂਦੇ ਹਾਂ, ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਪਰਸੀਵ ਕਰਨਾ ਕਹਿੰਦੇ ਹਾਂ, ਉਸੇ ਤਰੀਕੇ ਦਾ ਪ੍ਰਭਾਵ ਸਾਡੀ ਮਨ ਦੀ ਦੁਨੀਆ ਵਿੱਚ ਪੈਂਦਾ ਹੈ। ਅਤੇ ਸੇਮ ਵੇ ਦੇ ਨਾਲ ਬੰਦੇ ਦੀ ਤਨ ਦੀ ਦੁਨੀਆ ਫਿਰ ਉਹਨੂੰ ਇਜ਼ਹਾਰ ਵਿੱਚ ਲੈ ਕੇ ਆਉਂਦੀ ਹੈ। ਹੁਣ ਸਪੋਜ਼ ਕਰੋ ਆਲੇ ਦੁਆਲੇ ਤੁਹਾਨੂੰ ਜੋ ਤੁਸੀਂ ਪਰਸੀਵ ਕਰ ਰਹੇ ਹੋ ਉਹਦੇ ਵਿੱਚ ਕਿਸੇ ਨਾਲ ਸਾੜਾ ਆ, ਕਿਸੇ ਨਾਲ ਵੇਖ ਕੇ ਈਰਖਾ ਆਉਂਦੀ ਹੈ, ਦੁਆਖ ਆਉਂਦਾ ਆ, ਕਿਸੇ ਵੱਲ ਵੇਖ ਕੇ ਆਪਣੇ ਆਪ ਨੂੰ ਹੀਣ ਭਾਵਨਾ ਮਹਿਸੂਸ ਹੁੰਦੀ ਹੈ, ਮੈਂ ਛੋਟਾ ਹਾਂ ਬਹੁਤ ਵੱਡਾ ਆ। ਕਿਸੇ ਵੱਲ ਵੇਖ ਕੇ ਅੰਦਰ ਦੁੱਖ ਦੀ ਧਾਰੀ ਬਣਦੀ ਹੈ ਵੀ ਉਹ ਹੋ ਚਲੋ ਮੈਨੂੰ ਤਾਂ ਨਹੀਂ ਮਿਲਿਆ, ਕੋਈ ਗੱਲ ਨਹੀਂ, ਪਰ ਇਹੋ ਜਿਹੇ ਬੰਦੇ ਵੀ ਅੱਗੇ ਲੰਘ ਗਏ ਨੇ। ਮੇਰੇ ਨਾਲ ਦੇ ਪੜ੍ਹਨ ਵਾਲੇ ਅੱਜ ਐਡੇ ਅਮੀਰ ਹੋ ਗਏ ਨੇ, ਅੱਜ ਮੇਰੇ ਨਾਲ ਆਏ ਕੈਨੇਡਾ ਲੋਕ ਇਸ ਜਗ੍ਹਾ 'ਤੇ ਪਹੁੰਚ ਗਏ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਲਗਾਤਾਰ ਅੰਦਰ ਅਸੀਂ ਪਰਸੀਵ ਕਰ ਰਹੇ ਹਾਂ। ਜਿਹੜਾ ਪਰਸੀਵ ਕਰ ਰਹੇ ਹਾਂ, ਫਿਰ ਜਿਵੇਂ ਜਿਵੇਂ ਕਰੀ ਜਾਵਾਂਗੇ ਮਨ ਦੀ ਦੁਨੀਆ ਉਹਦੇ ਵਿੱਚ ਖਲਲ ਮਚੇਗਾ। ਉਹ ਜੋ ਖਲਲ ਆ ਉਹ ਲਗਾਤਾਰ ਅੰਦਰ ਕਲੇਸ਼ ਬਣੇਗਾ, ਅੰਦਰ ਲਗਾਤਾਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਡਿਸਟਰੈਸ ਜਿਹੜੀ ਹੈਗੀ ਅੰਦਰ, ਇੱਕ ਤਰ੍ਹਾਂ ਦੀ ਡਿਸਟਰਬੈਂਸ ਕ੍ਰੀਏਟ ਹੋਏਗੀ। ਉਹਦੇ ਨਾਲ ਨੋ ਡਾਊਟ ਲੰਬਾ ਸਮਾਂ ਅਸੀਂ ਉਸ ਚੀਜ਼ ਨੂੰ ਇਸ ਸਰੀਰ ਦੇ ਪ੍ਰਭਾਵ ਤੋਂ ਰੋਕ ਨਹੀਂ ਪਾਵਾਂਗੇ। ਕੈਮੀਕਲਸ ਬਦਲਣਗੇ, ਬ੍ਰੇਨ ਦੇ ਬਦਲਣਗੇ, ਸਰੀਰ ਦੇ ਬਦਲਣਗੇ। ਉਹਨਾਂ ਦੇ ਵਿੱਚੋਂ ਫਿਰ ਵੱਖਰੇ ਵੱਖਰੇ ਰੋਗ, ਬਿਮਾਰੀਆਂ, ਅਲਾਮਤਾਂ ਸਭ ਪ੍ਰਗਟ ਹੋਣਗੀਆਂ। ਸੋ ਇਹ ਹੈ ਜਦੋਂ ਮਨ ਜਿਸ ਤਰੀਕੇ ਦੇ ਖਿਆਲਾਂ ਦੇ 'ਚ ਭਿੱਜ ਗਿਆ, ਜਿਸ ਕਿਸਮ ਦੇ ਵਿਚਾਰ, ਸੋਚ, ਸਮਝ ਅੰਦਰ ਦੇ ਜਿਹੜੀ ਦੁਨੀਆ ਇਨਵਾਇਰਮੈਂਟ ਨੂੰ ਪ੍ਰਭਾਵਿਤ ਕਰਦੀ ਲੱਗੀ ਗਈ, ਉਹਦਾ ਅਸਰ ਫਿਰ ਬਹੁਤ ਲੌਂਗ ਟਰਮ ਇਫੈਕਟ ਸਾਡੇ ਸਾਹਮਣੇ ਆਏਗਾ। ਇਨ ਬਿਨ ਚੰਗੇ ਵਿਚਾਰਾਂ ਦਾ ਆ ਬੰਦਾ ਆਲੇ ਦੁਆਲੇ ਦੇਖਦਾ ਆ, ਖੁਸ਼ੀ ਦਾ ਅਹਿਸਾਸ ਪੈਦਾ ਹੁੰਦਾ, ਦਾਤਾ ਸ਼ੁਕਰ ਹੈ ਤੇਰਾ, ਖੁਸ਼ੀਆਂ ਖਿਲਰ ਰਹੀਆਂ ਨੇ, ਲੋਕ ਹੱਸਦੇ ਨਜ਼ਰ ਆ ਰਹੇ ਨੇ ਮੈਨੂੰ। ਚਲੋ ਮੈਂ ਕਿਸੇ ਜਗ੍ਹਾ 'ਤੇ ਨਹੀਂ ਪਹੁੰਚਿਆ, ਪਰ ਐਟਲੀਸਟ ਮੇਰਾ ਗਿਰਾਈ ਕੋਈ ਪਹੁੰਚਿਆ ਆ, ਇਸ ਗੱਲ ਦੀ ਖੁਸ਼ੀ ਹੈ। ਮੇਰੇ ਆਲੇ ਦੁਆਲੇ ਦੇ ਪਰਿਵਾਰ ਦੇ ਮੈਂਬਰ, ਉਹਨਾਂ ਨੂੰ ਇਸ ਚੀਜ਼ ਸਮਝ ਆ ਰਹੀ, ਮੈਨੂੰ ਨਹੀਂ ਵੀ ਆਈ, ਕੋਈ ਗੱਲ ਨਹੀਂ। ਇਹੋ ਜਿਹੀ ਚੀਜ਼ ਜਿਹੜੀ ਇਸ ਤਰ੍ਹਾਂ ਪਰਸੀਵ ਕਰ ਰਿਹਾ ਬੰਦਾ, ਮਨ ਦੀ ਦੁਨੀਆ 'ਚ ਇੱਕ ਤਸੱਲੀ ਆ ਰਹੀ, ਇੱਕ ਸੈਟਿਸਫੈਕਸ਼ਨ ਵੱਧ ਰਹੀ ਅੰਦਰ, ਉਹ ਫਿਰ ਮਨ ਦੀ ਦੁਨੀਆ ਦੇ ਮਨ ਦੇ ਵੇਗ ਨੂੰ ਅਹਿਸਾਸ ਕਰਾਉਂਦੀ। ਇਹਦਾ ਲੌਂਗ ਟਰਮ ਇਫੈਕਟ ਵੀ ਬਹੁਤ ਵੱਡਾ ਹੈ। ਬੰਦਾ ਫਿਰ ਉਸੇ ਤਰੀਕੇ ਦੇ ਬੋਲ ਬੋਲਣੇ ਸ਼ੁਰੂ ਕਰ ਦਿੰਦਾ ਹੈ, ਆਪਣੇ ਆਲੇ ਦੁਆਲੇ ਬੱਚਿਆਂ ਨੂੰ, ਆਪਣੇ ਸਨੇਹੀਆਂ ਨੂੰ ਦੱਸਦਾ ਹੈ, ਉਹ ਭਾਈ ਦੇਖੋ ਰੱਬ ਬੜਾ ਬੇਅੰਤ ਜੇ, ਆ ਦੇਖੋ ਫਲਾਣੇ ਦੀ ਬਾਂਹ ਫੜੀ, ਕਿੱਥੇ ਸੀਗਾ, ਕਿੱਥੇ ਪਹੁੰਚਿਆ, ਕਿਤਨਾ ਸ਼ੁਕਰ ਹੈ ਦਾਤੇ ਦਾ। ਹੁਣ ਇਹ ਪਰਸੀਵ ਇਸ ਤਰੀਕੇ ਨਾਲ ਹੋ ਰਿਹਾ, ਫਿਰ ਇਹ ਵੀ ਇਹਦੇ ਨਾਲ ਆਪਣੇ ਆਪ ਨੂੰ ਇੰਸਪੀਰੇਸ਼ਨ ਮਿਲ ਰਹੀ ਹੈ। ਫਿਰ ਉਹ ਜਿਹੜੀ ਅੰਦਰ ਦੀ ਦੁਨੀਆ ਹੈ, ਅੰਦਰ ਜਿਹੜਾ ਲਗਾਤਾਰ
ਇੱਕ ਪੋਜ਼ਿਟਿਵ ਵੇ ਦੇ ਨਾਲ, ਇੱਕ ਦੁਨੀਆ ਦੇ ਨਾਲ ਹਾਰਮੋਨਾਈਜ਼ ਸਾਈਡ ਤੋਂ, ਇੱਕ ਬੜੇ ਜਿਹਨੂੰ ਕਿਹਾ ਜਾਏ ਕਿ ਬੜੀ ਹਾਰਮੋਨੀ, ਬੜੀ ਇੱਕ ਸਦਭਾਵਿਤ ਭਾਵ ਦੀ ਇੱਕ ਅੰਦਰ ਧਾਰੀ ਬਣ ਰਹੀ ਹੈ, ਉਹਦਾ ਫਿਰ ਅਸਰ ਤਨ ਦੀ ਦੁਨੀਆ 'ਤੇ ਹੋਣਾ ਸ਼ੁਰੂ ਹੁੰਦਾ ਆ। ਅੰਦਰ ਹਰ ਵਕਤ ਡਿਸਟਰਬੈਂਸ ਨਹੀਂ ਹੁੰਦੀ, ਹਰ ਵਕਤ ਅੰਦਰ ਬਿਨਾਂ ਵਜ੍ਹਾ ਖਲਲ, ਖੁਰਾਫਾਤੀਅਤ ਜਿਹਨੂੰ ਕਿਹਾ ਜਾਏ ਕਿ ਇੱਕ ਬੜੀ ਮੈਡਨੈਸ ਜਿਹੜੀ ਹੈਗੀ ਉਹ ਬੰਦਾ ਕੈਰੀ ਨਹੀਂ ਕਰਦਾ। ਉਹਦਾ ਪ੍ਰਭਾਵ ਤਨ ਦੀ ਦੁਨੀਆ 'ਤੇ ਪੈਣਾ ਸ਼ੁਰੂ ਹੋ ਜਾਂਦਾ ਆ। ਬੰਦੇ ਦੇ ਅੰਦਰ ਕੋਈ ਇਹੋ ਜਿਹੇ ਕੈਮੀਕਲਸ ਨਹੀਂ ਬਣ ਰਹੇ, ਖਾਣ ਪੀਣ ਰਹਿਣ ਸਹਿਣ ਦੇ 'ਚ ਕੋਈ ਤਕਲੀਫ, ਕੋਈ ਵੇਦਨ, ਕੋਈ ਪੀੜਾ ਨਹੀਂ, ਹਰ ਜਗ੍ਹਾ 'ਤੇ ਸੁਖਨੁਮਾ ਅਹਿਸਾਸ ਆ। ਇਸ ਨੂੰ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਹੈ ਕਿ ਤਨ ਮਨ ਤਨ ਅੰਮ੍ਰਿਤ ਭਿੰਨਾ, ਆਤਮਕ ਜੀਵਨ ਵਾਲੇ ਪਾਸੇ ਉਹਦੇ 'ਚ ਇਹ ਮੈਂ ਨੋਟ ਕਰ ਰਿਹਾ ਚੀਜ਼ ਆ ਗਈ ਹੈ, ਕਿਉਂਕਿ ਹਮਕਰ ਸਾਜਨ ਆਏ, ਸੱਜਣ ਆਏ ਨਾ ਘਰ ਦੇ ਵਿੱਚ। ਅਗਲਾ ਜ਼ਿਕਰ ਹੈ ਅੰਤਰ ਪ੍ਰੇਮ ਰਤਨਾ। ਅੰਤਰ ਪ੍ਰੇਮ ਰਤਨਾ, ਰਤਨਾ ਰਤਨ ਨੂੰ ਕਿਹਾ ਗਿਆ, ਬੜੀ ਕੀਮਤੀ ਚੀਜ਼ ਨੂੰ। ਪ੍ਰੇਮ ਤੋਂ ਕੀਮਤੀ ਰਤਨ ਕੋਈ ਨਹੀਂ ਹੈਗਾ। ਅਸੀਂ ਤਾਂ ਅੱਜ ਦੀ ਦੁਨੀਆ 'ਚ ਵਸ ਰਹੇ ਹਾਂ ਜਿਹਦੇ 'ਚ ਇਤਨਾ ਜ਼ਿਆਦਾ ਮਟੀਰੀਅਲਿਸਟਿਕ ਬੰਦੇ ਦੇ ਉੱਤੇ ਇਨਫਲੂਐਂਸ ਪੈ ਚੁੱਕਾ ਆ ਕਿ ਸਪੋਜ਼ ਕਰੋ ਘਰ ਦੇ ਵਿੱਚ ਕੋਈ ਰਿਸ਼ਤੇ ਸੰਬੰਧ ਦੇ ਨਾਲ, ਖਾਸ ਕਰਕੇ ਹਸਬੈਂਡ ਵਾਈਫ ਦਾ ਕੋਈ ਐਨੀਵਰਸਰੀ ਆ ਰਹੀ ਹੈ, ਕੋਈ ਕਿਸੇ ਕਿਸਮ ਦੇ ਨਾਲ ਰਿਸ਼ਤੇ ਨੂੰ ਨਵਾਂ ਇੱਕ ਹੁਲਾਰਾ ਦੇਣਾ, ਬੂਸਟ ਕਰਨਾ ਆ, ਬੰਦਾ ਕੀ ਕਰੇਗਾ? ਕੋਈ ਕੀਮਤੀ ਸੋਨਾ ਖਰੀਦ ਲਿਆਂਦਾ, ਕੋਈ ਗਹਿਣਾ ਖਰੀਦ ਲਿਆਂਦਾ, ਕੋਈ ਤੋਹਫਾ ਲਿਆਂਦਾ, ਉਹਦੇ ਨਾਲ ਬੰਦਾ ਚੀਜ਼ਾਂ ਨੂੰ ਉਹਨਾਂ ਦੇ ਵਿੱਚ ਗੂੜਾ ਰੰਗ, ਪ੍ਰੇਮ ਦਾ ਰੰਗ ਭਰਨਾ ਚਾਹੁੰਦਾ ਹੈ ਕਿ ਸ਼ਾਇਦ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡਾ ਪਿਆਰ ਵਧਾ ਦੇਣਗੀਆਂ, ਸਾਡਾ ਸਨੇਹ ਵਧਾ ਦੇਣਗੀਆਂ। ਤੇ ਹੁੰਦਾ ਇਹ ਹੈ ਜੋ ਗੁਰੂ ਸਾਹਿਬ ਨੇ ਕਿਹਾ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਤੋਹਫੇ ਆਈ ਜਾਣ, ਚੀਜ਼ਾਂ ਮਿਲੀ ਜਾਣ, ਉਹਨਾਂ ਹੀ ਬੰਦਾ ਗਰੰਟਡ ਲਈ ਜਾਂਦਾ, ਆਪਣੇ ਵਾਸਤੇ ਵੀ ਦੂਜੇ ਵਾਸਤੇ ਵੀ। ਫਿਰ ਇੱਕ ਲੈਵਲ ਐਸਾ ਹੁੰਦਾ ਇਹ ਚੀਜ਼ਾਂ ਪ੍ਰਭਾਵ ਪਾਉਣਾ ਛੱਡ ਦਿੰਦੀਆਂ ਨੇ। ਇਸ ਤਰ੍ਹਾਂ ਕਿ ਸਭ ਕੁਝ ਲੈ ਕੇ ਜਿਵੇਂ ਪਿੱਠ ਦੇ ਪਿੱਛੇ ਰੱਖ ਲਿਆ, ਲੋੜ ਹੀ ਨਹੀਂ ਉਸ ਰੂਪ ਦੀ। ਏਕ ਵਸਤ ਕਾਰਨ, ਕੋਈ ਇੱਕ ਚੀਜ਼ ਉਹਦੇ ਨਾਲ ਬਿਖੁੱਟਰ ਹੋ ਗਿਆ ਮਨ, ਉਹ ਆਹ ਨਹੀਂ ਕੀਤਾ, ਆਹ ਚੀਜ਼ ਨਹੀਂ ਮਿਲੀ ਮੇਰੇ ਸਰੂਪ ਵਿੱਚ। ਇਹਦੇ ਮੁਕਾਬਲਤਨ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਭਗਤ ਕਬੀਰ ਜੀ ਦਾ ਇੱਕ ਮੁਕਾਮੀ ਬਚਨ ਹੈ, ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭ ਹੈ ਔੜ, ਹੀਰਾ ਕਿਸਕਾ ਬਾਪੂਰਾ ਪੁਜਹਿ ਨ ਰਤਨ ਕਰੋੜ। ਜਿਹੜਾ ਆਹ ਬਚਨ ਆਇਆ ਹੈ ਕਿ ਅੰਤਰ ਪ੍ਰੇਮ ਰਤਨਾ, ਕਿਸ ਪ੍ਰੇਮ ਰਤਨ ਦੀ ਗੱਲ ਹੋ ਰਹੀ ਇਹਦੇ 'ਚ? ਇਹ ਉਸੇ ਦੀ ਬਾਤ ਹੈ ਜਿਹੜੀ ਬਾਬਾ ਕਬੀਰ ਜੀ ਨੇ ਕਿਹਾ ਕਿ ਕਬੀਰ ਜੈਸੀ ਉਪਜੀ ਪੇੜ ਤੇ। ਬਹੁਤ ਕਮਾਲ ਦਾ ਰੂਪਕ ਮੈਟਾਫੋਰ ਭਗਤ ਕਬੀਰ ਜੀ ਨੇ ਇਹਦੇ 'ਚ ਪ੍ਰੈਜ਼ੈਂਟ ਕੀਤਾ ਹੈ। ਤੁਸੀਂ ਕੋਈ ਬੂਟਾ ਲਾਇਆ, ਯੂ ਆਰ ਪਲਾਂਟਿੰਗ ਏ ਸੀਡ ਐਂਡ ਆਫਟਰ ਫਿਊ ਡੇਜ਼ ਦੈਟ ਸੀਡ ਇਜ਼ ਐਕਚੁਅਲੀ ਸੀਡ ਕਨਵਰਟਸ ਇਟਸੈਲਫ ਐਜ਼ ਏ ਪਲਾਂਟ। ਉਹਨੇ ਆਪਣੇ ਆਪ ਨੂੰ ਇੱਕ ਪਲਾਂਟ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ, ਗਰੋ ਹੋਣਾ ਸ਼ੁਰੂ ਹੋ ਗਿਆ। ਹੁਣ ਜਿਵੇਂ ਉਹ ਪਲਾਂਟ ਬਣਿਆ, ਇੱਕ ਬੂਟੇ ਦੇ ਵਿੱਚ ਕਨਵਰਟ ਹੋਇਆ, ਤਾਂ ਜਦੋਂ ਉੱਗਿਆ ਤੇ ਤੁਸੀਂ ਦੇਖੋਗੇ ਉਹ ਸੀਡ ਕੋਈ ਵੀ ਹੋ ਸਕਦਾ ਹੈ। ਤੁਸੀਂ ਇੱਕ ਮੇਪਲ ਦਾ ਬੂਟਾ ਲਾਇਆ, ਤੁਸੀਂ ਇੱਕ ਐਪਲ ਦਾ ਬੂਟਾ ਲਗਾਇਆ, ਤੁਸੀਂ ਔਰੰਜ, ਐਨੀ ਕਾਈਂਡ ਆਫ, ਕੋਈ ਵੀ ਜਿਹੜਾ ਹੈਗਾ ਚੀਲ, ਸੰਗਮਰਮ ਜਿਹੜਾ ਹੈਗਾ, ਕੋਈ ਕਿਸੇ ਕਿਸਮ ਦਾ ਵੀ ਜਿਹੜਾ ਹੈਗਾ ਬੂਟਾ, ਸਾਗਵਾਨ ਦਾ, ਐਨੀ ਕਾਈਂਡ ਆਫ। ਹੋਇਆ ਕਿ ਜਿਵੇਂ ਹੀ ਉਹ ਬੂਟਾ ਉੱਗਿਆ ਤੇ ਹੋ ਸਕਦਾ ਉਹ ਬਹੁਤ ਡਾਢੀ ਲੱਕੜ ਵਾਲਾ ਬੂਟੇ ਦਾ ਬੀਜ ਹੋਏ, ਪਰ ਜਿਵੇਂ ਬੂਟਾ ਪੈਦਾ ਹੋਇਆ ਤੇ ਜਦੋਂ ਉਹਦੀ ਬਿਲਕੁਲ ਤੁਸੀਂ ਉਹਦੀ ਸਟਾਰਟਿੰਗ ਸਟੇਜ ਦੇਖਦੇ ਹੋ, ਜਿਹੜੇ ਉਹਦੇ ਬਹੁਤ ਸਟਾਰਟਿੰਗ ਸਟੇਜ ਤੇ ਲੀਵਸ ਆ ਰਹੇ ਨੇ, ਦੇ ਆਰ ਵੈਰੀ ਸੌਫਟ ਐਂਡ ਕਾਈਂਡ ਆਫ ਯੂ ਕੈਨ ਸੇ ਬੜੇ ਸਮੂਥ ਨੇ, ਬੜੀ ਉਹਨਾਂ ਤੁਸੀਂ ਇੱਕ ਜਿਹੜੀ ਹੈਗੀ ਤੁਸੀਂ ਬੜਾ ਕੋਜ਼ੀ ਤੇ ਬੜਾ ਸੌਫਟ ਉਹਨੂੰ ਮਹਿਸੂਸ ਕਰੋਗੇ। ਪਰ ਜਿਵੇਂ ਹੀ ਉਹ ਬੂਟਾ ਥੋੜ੍ਹਾ ਜਿਹਾ ਹੋਰ ਗਰੋ ਕਰੇਗਾ, ਥੋੜ੍ਹਾ ਹੋਰ ਵੱਡਾ ਹੋਏਗਾ, ਉਹੀ ਜਿਹੜੇ ਲੀਵਸ ਬੜੇ ਸੌਫਟ ਤੇ ਬੜੇ ਕੋਜ਼ੀ ਲੱਗ ਰਹੇ ਸੀਗੇ, ਉਹ ਬੜੇ ਡਾਢੇ ਰਿਜਿਡ ਲੱਗਣੇ ਸ਼ੁਰੂ ਕਰਦੇ ਨੇ, ਬੜੇ ਹਾਰਡ ਜਿਹੜੇ ਨੇ ਉਹ ਫੀਲ ਹੋਣੇ ਸ਼ੁਰੂ ਹੋ ਗਏ ਨੇ। ਹੁਣੇ ਮੈਟਾਫੋਰ ਭਗਤ ਕਬੀਰ ਜੀ ਨੇ ਦਿੱਤਾ, ਕਬੀਰ ਜੈਸੀ ਉਪਜੀ ਪੇੜ ਤੇ। ਕੋਈ ਵੀ ਰਿਸ਼ਤਾ ਸ਼ੁਰੂ ਹੁੰਦਾ ਆ, ਉਹ 'ਚ ਬੜੀ ਮਾਸੂਮੀਅਤ, ਬੜੀ ਕਮਸਿਨਤਾ, ਬੜਾ ਸੌਫਟ ਇੱਕ ਟੱਚ ਹੁੰਦਾ ਆ, ਬੜੀ ਖੁਸ਼ੀ ਹੁੰਦੀ ਹੈ। ਦੋ ਪਰਿਵਾਰ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਕੁੜਮਾਚਾਰੀ ਸ਼ੁਰੂ ਕਰਦੇ ਨੇ, ਇੱਕ ਦੂਜੇ ਨੂੰ ਮਠਿਆਈਆਂ ਦਿੰਦੇ, ਵਧਾਈਆਂ ਦਿੰਦੇ, ਬੜਾ ਚਾਅ ਚੜ੍ਹਦਾ। ਉਸ ਚਾਅ ਦੇ ਨਾਲ ਉਹ ਰਿਸ਼ਤਾ ਸ਼ੁਰੂ ਹੁੰਦਾ। ਥੋੜ੍ਹੇ ਕੁ ਦਿਨ ਬਤੀਤ ਹੁੰਦੇ, ਇੱਕ ਦੂਜੇ ਦੇ ਕੁਝ ਮਨ ਮੁਟਾਵ ਦਾ ਪਤਾ ਲੱਗਦਾ, ਕੁਝ ਇੱਕ ਦੂਜੇ ਦੀ ਖਾਸ ਕਰਕੇ ਐਕਸਪੈਕਟੇਸ਼ਨਸ ਮੀਟ ਨਾ ਕਰ ਪਾਉਣ ਦਾ ਪਤਾ ਲੱਗਦਾ, ਅਤੇ ਉਹਦੇ ਨਾਲ ਇਹ ਹੁੰਦਾ ਕਿ ਜਿਹੜੀ ਹੈਗੀ ਹੈ ਖਾਸ ਤੌਰ 'ਤੇ ਬੈਕ ਬਾਈਟਿੰਗ ਸ਼ੁਰੂ ਹੋ ਜਾਂਦੀ, ਅਤੇ ਬੰਦੇ ਦੇ 'ਚ ਖਟਾਸ
ਉਹੀ ਜਿਹੜਾ ਸੌਫਟ ਪੱਖ ਸੀਗਾ ਉਹ ਹੁਣ ਡਾਢਾ ਹੋ ਗਿਆ, ਹਾਰਡ ਹੋ ਗਿਆ, ਰਿਜਿਡ ਹੋ ਗਿਆ। ਹੁਣ ਇਹੋ ਜਿਹੇ ਰਿਸ਼ਤੇ ਨੂੰ ਤੁਸੀਂ ਜਿੰਨੇ ਮਰਜ਼ੀ ਹੀਰੇ ਜਵਾਹਰਾਤਾਂ ਸੋਨੇ ਚਾਂਦੀ ਨਾਲ ਬੰਨੀ ਜਾਓ, ਕਿੰਨੀ ਦੇਰ ਬੰਨੋਗੇ? ਜਾਂ ਉਹ ਬੰਨ ਕੇ ਜਿਹੜੀ ਉਹ ਸੌਫਟਨੈਸ, ਜਿਹੜੀ ਸਵੀਟਨੈਸ ਹੈ ਉਹ ਨਹੀਂ ਵਾਪਸ ਲਿਆ ਸਕੋਗੇ। ਬਾਬਾ ਕਬੀਰ ਜੀ ਨੇ ਮੈਟਾਫੋਰ ਨੂੰ ਦੇ ਕੇ ਕਿਹਾ, ਗੱਲ ਸੁਣ ਮੇਰੀ, ਬੂਟੇ 'ਚ ਤੇ ਪੋਸੀਬਲ ਨਹੀਂ ਗਾ ਕਿਉਂਕਿ ਬੂਟਾ ਤੇ ਇੱਕ ਪਲਾਂਟ ਆ, ਪਰ ਤੇਰੇ ਰਿਸ਼ਤੇ ਨਾਤੇ 'ਤੇ ਪੋਸੀਬਲ ਹੈ। ਤੈਨੂੰ ਪਤਾ ਆ ਤੂੰ ਇਸ ਰਿਸ਼ਤੇ ਨੂੰ ਜੋੜਨ ਲੱਗਿਆ ਕਿਸ ਤਰ੍ਹਾਂ ਦੇ ਸੌਫਟ ਤੇ ਸਵੀਟ ਇਨਵਾਇਰਮੈਂਟ ਨੂੰ ਫੀਲ ਕਰ ਰਿਹਾ ਸੀਗਾ, ਉਹਨੂੰ ਲਾਸਟ ਮੂਮੈਂਟ ਤੱਕ ਲੈ ਕੇ ਜਾ ਜੀਵਨ ਦੇ। ਕਿਆ ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭ ਹੈ ਔੜ, ਅਖੀਰ ਤੱਕ ਔੜ ਤੱਕ, ਐਂਡ ਆਫ ਦਾ ਲਾਈਫ ਤੱਕ ਇਸੇ ਤਰ੍ਹਾਂ ਦੀ ਸੌਫਟਨੈਸ, ਇਸੇ ਤਰ੍ਹਾਂ ਦੀ ਜਿਹੜੀ ਹੈ ਕਸ਼ਿਸ਼ ਜੇ ਨਿਭਾ ਸਕੇ। ਹੀਰਾ ਕਿਸ ਕਾ ਬਾਪੁਰਾ ਪੂਜੈ ਨਾ ਰਤਨ ਕਰੋੜ। ਹੀਰੇ ਜਵਾਹਰਾਤ ਤੇ ਛੱਡੋ ਇੱਕ ਪਾਸੇ, ਕਰੋੜਾਂ ਰਤਨ ਵੀ ਇਸ ਪਿਆਰ, ਇਸ ਸਨੇਹ, ਇਸ ਫੀਲਿੰਗ ਦੇ ਸਾਹਮਣੇ ਛੋਟੇ ਪੈ ਜਾਣਗੇ। ਸੋ ਐਕਚੁਅਲੀ ਐਜ਼ ਅ ਹਿਊਮਨ ਵੀ ਆਰ ਮਿਸਿੰਗ ਦਿਸ ਕਾਈਂਡ ਆਫ ਫੀਲਿੰਗ, ਵੀ ਆਰ ਮਿਸਿੰਗ this kind of association, this kind of connection between with us, between each other. So when we are able to understand the spiritual part of life, then definitely ਅੰਤਰ ਪ੍ਰੇਮ ਰਤਨਾ, ਜਿਹੜਾ ਉਹ ਪ੍ਰੇਮ ਰਤਨ ਹੈ ਅੰਦਰ, ਉਹਦਾ ਤੁਸੀਂ ਉਹਨੂੰ ਤੁਸੀਂ ਮਹਿਸੂਸ ਕਰ ਪਾਓਗੇ। ਤੇ ਇਹਦੀ ਸਾਰੀ ਬਾਤ ਇਹ ਹੈ ਕਿ ਬੰਦਾ ਇਹਦੇ 'ਚ ਕੰਪੈਸ਼ਨੇਟ ਹੁੰਦਾ ਆ। ਜਿਵੇਂ ਸਪੋਜ਼ ਕਰੋ ਦੂਜਿਆਂ ਤੋਂ ਅਸੀਂ ਬੜੀ ਮੰਗ ਕਰਦੇ ਹਾਂ, ਮੇਰੇ ਪੁਆਇੰਟ ਆਫ ਵਿਊ ਨੂੰ ਸਮਝ, ਮੇਰੇ ਮੁਤਾਬਕ ਚੱਲ, ਮੇਰੀ ਜਿਹੜੀ ਹੈਗੀ ਹੈ ਮੇਰੀ ਵੀ ਆਖਰਕਾਰ ਕੋਈ ਹੋਂਦ ਆ, ਉਹਨੂੰ ਐਕਸੈਪਟ ਕੀਤਾ ਜਾਏ। ਬਟ ਐਟ ਦ ਸੇਮ ਟਾਈਮ ਅਸੀਂ ਵੀ ਇਸ ਤਰੀਕੇ ਦਾ ਰੂਪ ਅੰਦਰ ਅਖਤਿਆਰ ਕਰ ਲਈਏ। ਅਤੇ ਇਹ ਚੀਜ਼ ਤਾਂ ਹੋ ਸਕਦੀ ਹੈ ਜੇ ਬੰਦੇ ਦੇ ਅੰਦਰ ਇੱਕ ਵੱਡੀ ਸਮਝ ਆ, ਅਤੇ ਵੱਡੀ ਸਮਝ ਇਹ ਆ, ਕਰਤਾਰ ਤੂੰ ਮੈਨੂੰ ਕਿੰਨਾ ਕੁਝ ਦੇ ਕੇ ਨਵਾਜਿਆ ਆ, ਮੈਂ ਤੇ ਉਹਦਾ ਸ਼ੁਕਰ ਵੀ ਨਹੀਂ ਕਰ ਸਕਦਾ, ਕੁਝ ਮੈਂ ਵਾਪਸ ਦੇਵਾਂ ਤੈਨੂੰ। ਫਿਰ ਇਹ 'ਚੋਂ ਸੇਵਾ ਦਾ ਭਾਵ ਨਿਕਲਦਾ ਆ। ਇਹੀ ਹੈ ਜਿਵੇਂ ਸਪੋਜ਼ ਕਰੋ ਬੰਦਾ ਇੱਕ ਘਰ ਬੜਾ ਟਾਇਰਡ ਜਾ ਹੋ ਕੇ ਬੈਠਾ ਆ, ਤਾਂ ਹੀ ਪਤਾ ਲੱਗਾ ਕੋਈ ਬੜਾ ਪਿਆਰਾ ਸੱਜਣ ਮਿਲਣ ਵਾਸਤੇ ਆ ਰਿਹਾ ਆ, ਇੱਕਦਮ ਉੱਠ ਕੇ ਖੜਾ ਹੋ ਗਿਆ, ਘਰ ਦੀ ਸਫਾਈ ਕਰ ਦਿੱਤੀ ਸ਼ੁਰੂ, ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਉਹਦੇ ਵਾਸਤੇ ਚੰਗੀ ਪ੍ਰੈਜੈਂਟੇਸ਼ਨ ਕਰਨ ਵਾਸਤੇ ਤਿਆਰ ਹੋ ਗਿਆ, ਸਾਰਾ ਗਮ, ਸਾਰੀ ਟਾਇਰਡਨੈਸ ਚਲੀ ਗਈ ਉਸ ਖੁਸ਼ੀ ਦੇ ਵਿੱਚ। ਐਕਚੁਅਲੀ ਜਦੋਂ ਹਮਕਰ ਸਾਜਨ ਆਏ, ਜਦੋਂ ਬੰਦੇ ਦੀ ਸੁਰਤ ਕਰਤਾਰ ਦੇ ਸਰੰਗ ਨੂੰ ਪਰਸੀਵ ਕਰਦੀ ਹੈ, ਤਾਂ ਹਰ ਵਕਤ ਆ ਰਿਹਾ ਆ, ਉਹਨੂੰ ਮਹਿਸੂਸ ਕਰ ਰਿਹਾ ਆ ਬੰਦਾ, ਉਹਦੀ ਆਮਦ ਹੋ ਰਹੀ ਅੰਦਰ ਇੱਕ ਐਨਰਜੀ ਦੇ ਲੈਵਲ 'ਤੇ, ਅਤੇ ਫਿਰ ਤੇ ਅੰਦਰ ਖੁਸ਼ੀ ਹੈ, ਫਿਰ ਗਮ ਕੋਈ ਨਹੀਂ ਗਾ, ਫਿਰ ਅਫਸੋਸ ਕੋਈ ਨਹੀਂ, ਫਿਰ ਝੋਰਾ ਕੋਈ ਨਹੀਂ, ਫਿਰ ਦੁੱਖ ਵੀ ਕੋਈ ਨਹੀਂ। ਬਾਕੀ ਜ਼ਿੰਦਗੀ ਬਹੁਤ ਛੋਟੀ ਹੈ। ਵੀ ਆਰ ਜਸਟ ਲਿਵਿੰਗ ਇਨ ਅ ਵੈਰੀ ਕਾਈਂਡ ਆਫ ਯੂ ਕੈਨ ਸੇ ਵੈਰੀ ਲਿਟਲ ਸਮਾਲ ਸਪੈਨ, ਐਂਡ if we can live this life with joy, with some kind of actually you can say energy, then what else do we want? ਉਹਦੇ ਵਿੱਚੋਂ ਹੀ ਜਦੋਂ ਤੁਸੀਂ ਉਸ ਚੀਜ਼, ਉਸ ਸਫੁਰਤੀ ਨੂੰ ਮਹਿਸੂਸ ਕਰਕੇ ਉਹਨੂੰ ਡਿਲੀਵਰ ਕਰੋਗੇ, ਉਹਨੂੰ ਤੁਸੀਂ ਆਲੇ ਦੁਆਲੇ ਵੰਡੋਗੇ, ਸਪਰੈਡ ਕਰੋਗੇ, ਜਿਹੜਾ ਉਹ ਰੰਗ ਆ, ਉਹ ਸਭ ਤੋਂ ਕੀਮਤੀ ਰਤਨ ਹੈ, ਸਭ ਤੋਂ ਕੀਮਤੀ ਜਵਾਹਰਾਤ ਆ। ਇੱਥੇ ਗੁਰੂ ਬਾਬਾ ਜੀ ਬਿਆਨ ਕਰਦੇ ਕਿ ਅੰਤਰ ਪ੍ਰੇਮ ਰਤਨਾ, ਅੰਤਰ ਰਤਨ ਪਦਾਰਥ ਮੇਰਾ ਪਰਮ ਤੱਤ ਵਿਚਾਰੋ। ਅੰਤਰ ਰਤਨ ਪਦਾਰਥ ਮੇਰਾ, ਜਦੋਂ ਮੈਨੂੰ ਉਹ ਅੰਤਰ ਰਤਨ ਪਦਾਰਥ ਮੈਨੂੰ ਪਤਾ ਲੱਗ ਗਿਆ ਵੀ ਆਈ ਹੈਵ ਅ ਲੋਟ ਟੂ ਗਿਵ ਅਵੇ, ਟੂ ਸਪਰੈਡ, ਟੂ ਐਕਚੁਅਲੀ ਜਿਹੜਾ ਹੈਗਾ ਦੂਜਿਆਂ ਵੱਲ ਨੂੰ ਮੈਂ ਦੇ ਸਕਦਾ ਹਾਂ, ਮੈਂ ਵੰਡ ਸਕਦਾ ਹਾਂ। ਜਦੋਂ ਇਸ ਚੀਜ਼ ਦਾ ਇਹ ਮਹਿਸੂਸ ਹੋ ਗਈ ਅੰਦਰ, ਅਤੇ ਉਹਦੇ ਨਾਲ ਪਰਮ ਤੱਤ ਵਿਚਾਰੋ। ਪਰਮ ਤੱਤ ਵਿਚਾਰੋ ਜਿਹਨੂੰ ਅਸੀਂ ਕਹਿੰਦੇ ਇੱਕ ਸੁਪੀਰੀਅਰ ਬੀਇੰਗ, ਇਹ ਵਰਡ ਤੁਸੀਂ ਅੰਗਰੇਜ਼ੀ ਲਿਟਰੇਚਰ 'ਚ ਅੱਜ ਕੱਲ੍ਹ ਪੜ੍ਹੋਗੇ ਤਾਂ ਬੜਾ ਯੂਜ਼ ਕੀਤਾ ਜਾਂਦਾ ਹੈਗਾ। ਇਹ ਪਰਮ ਤੱਤ ਵਿਚਾਰੋ ਹੈ, ਇੱਕ ਐਸਾ ਵਿਚਾਰ ਜਿਹੜਾ ਤੁਹਾਨੂੰ ਇੱਕ ਸੁਪੀਰੀਅਰ ਬੀਇੰਗ ਵਿੱਚ ਲੈ ਜਾਏ, ਵਨ ਬੀਇੰਗ ਵਿਚ ਵੀ ਆਲ ਸ਼ੇਅਰਿੰਗ, ਇੱਕ ਕਰਤਾਰ, ਇੱਕ ਰੰਗ, ਇੱਕੋ ਰੂਪ। ਪ੍ਰੇਮ ਵਿੱਚ ਬੰਦਾ ਜਦੋਂ ਬਹੁਤ ਖੀਵਾ ਹੋ ਜਾਏ ਤੇ ਫਿਰ ਉਹ ਕਹਿੰਦਾ ਕਿ ਮੈਂ ਖਾ ਲਿਆ ਅਤੇ ਕੀ ਤੂੰ, ਜੇ ਤੂੰ ਖਾ ਲਿਆ ਕਿ ਮੈਂ ਖਾ ਲਿਆ, ਕੋਈ ਫਰਕ ਥੋੜ੍ਹਾ ਪੈਂਦਾ ਆ। ਮਤਲਬ ਤੇਰਾ ਖਾਣਾ, ਤੇਰੀ ਇੱਜ਼ਤ ਹੋ ਜਾਣੀ, ਤੇਰਾ ਮਾਣ ਸਤਿਕਾਰ ਹੋ ਜਾਣਾ, ਮੈਨੂੰ ਲੱਗਦਾ ਮੇਰਾ ਹੀ ਮਾਣ ਹੈ, ਮੇਰੇ ਸਤਿਕਾਰ ਹੈ, ਮੇਰੀ ਇੱਜ਼ਤ ਆ। ਇਹ ਰੂਪ ਸੰਸਾਰ ਦੇ ਵਿੱਚ, ਇਹਦੇ ਵਿੱਚ ਜਿਹੜੀ ਸੈਲਫਲੈਸ ਇਹ ਹਾਲਤ ਜਿਹੜੀ ਆ ਜਾਣੀ,
ਜਿੱਥੇ ਵੀ ਸਮਾਜਾਂ ਨੇ ਤਰੱਕੀ ਕੀਤੀ ਹੈ ਇਹਦੇ ਵਿੱਚੋਂ ਕੀਤੀ ਹੈ, ਜਿੱਥੇ ਪਰਿਵਾਰਾਂ ਨੇ ਤਰੱਕੀ ਕੀਤੀ ਇਹਦੇ 'ਚ ਕੀਤੀ। ਜਦੋਂ ਸਮਾਜ ਤੇ ਪਰਿਵਾਰ ਸੈਲਫਿਸ਼ ਹੋ ਜਾਂਦੇ ਨੇ, ਨੋ 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 ਨੋ, ਹੂ ਕੇਅਰ ਤੂੰ ਕਿਵੇਂ ਫੀਲ ਕਰਦਾ, ਕਿਵੇਂ ਮਹਿਸੂਸ ਕਰਦਾ, ਤੂੰ ਕਿਹੜੇ ਖੂਹ 'ਚ ਪੈਂਦਾ, ਮੈਨੂੰ ਕੋਈ ਕੇਅਰ ਨਹੀਂ ਹੈਗੀ, ਮੇਰਾ ਹਿੱਸਾ ਮੈਨੂੰ ਮਿਲਣਾ ਚਾਹੀਦਾ ਹੈਗਾ। what I want, what I expect, that should be fulfilled, then ਕਦੀ ਇਹ ਤਾਂ ਫਿਰ ਖੂਹ ਆ ਇਸ ਤਰੀਕੇ ਦਾ ਸੈਲਫਿਸ਼ਨੈਸ ਦਾ, ਜਿਹੜਾ ਕਦੀ ਪੂਰਾ ਨਹੀਂ ਹੋ ਸਕਦਾ। ਇਹਦੇ ਅੰਦਰ ਕੋਈ ਵੀ ਪੁੱਗ ਨਹੀਂ ਸਕਦਾ। ਤੇ ਇਸ ਨੂੰ ਤੁਸੀਂ ਆਪਣੇ ਲੈਵਲ 'ਤੇ ਜਦੋਂ ਉਸ ਤਰ੍ਹਾਂ ਤਰੀਕੇ ਨਾਲ ਅਪਣਾ ਲੈਂਦੇ ਹੋ, ਜੀ ਲੈਂਦੇ ਹੋ, ਫਿਰ ਤੁਹਾਡੀ ਜਿਹੜੀ ਲਾਗ ਆ, ਜਿਹਨੂੰ ਅਸੀਂ ਪਾਰਸ ਕਲਾ ਕਹਿੰਦੇ ਹਾਂ, ਇਹ ਵੀ ਵਾਪਰਦੀ। ਇਹ ਵੀ ਕੁਦਰਤ ਦੀ ਖੇਡ ਹੈ। ਬੰਦਾ ਜੋ ਜੀਵਨ ਜੀ ਕੇ ਹੋ ਕੇ ਦੂਜਿਆਂ ਦਾ ਭਲਾ ਕਰ ਸਕਦਾ ਆ, ਉਹ ਬੰਦਾ ਕਿਸੇ ਸਿੱਖਿਆ ਨੂੰ ਦੇ ਕੇ, ਕਿਸੇ ਕਿਤਾਬ ਨੂੰ ਪੜ੍ਹ ਕੇ, ਕਿਸੇ ਚੀਜ਼ ਨਾਲ ਨਹੀਂ ਦੇ ਸਕਦਾ। ਇਸ ਲਈ ਗੁਰਬਾਣੀ ਨੇ ਸਾਨੂੰ ਕਿਹਾ, ਆਪ ਹੋ ਜਾਓ ਉਵੇਂ ਦਾ। ਇੱਥੇ ਸਾਹਿਬ ਕਹਿੰਦੇ ਪਰਮ ਤੱਤ ਵਿਚਾਰੋ। ਜਿਵੇਂ ਮੈਂ ਕਈ ਵਾਰੀ ਬੇਨਤੀ ਕਰਦਾ, ਪ੍ਰੀ ਮੈਰਿਟਲ ਕਾਉਂਸਲਿੰਗ, ਇਹ ਸਾਰੀ ਐਕਚੁਅਲੀ ਹੈ ਪ੍ਰੀ ਮੈਰਿਟਲ ਕਾਉਂਸਲਿੰਗ ਹੀ। ਜੇ ਉਸ ਲੈਵਲ 'ਤੇ ਦੇਖੋਗੇ ਨਾ, ਮੈਂ ਜਦੋਂ ਲਿਟਰੇਚਰ ਉਹ ਪੜ੍ਹ ਰਿਹਾ ਕਾਫੀ ਸਾਲਾਂ ਤੋਂ ਉਸ ਸਾਈਡ ਦਾ, ਅਤੇ ਜਦੋਂ ਇਹਨੂੰ ਮੈਂ ਆਪਸ ਦੇ ਵਿੱਚ ਜਿਹੜਾ ਹੈਗਾ ਆ ਉਸ ਤਰੀਕੇ ਨਾਲ ਕੰਬਾਈਨ ਕਰਦਾ ਹਾਂ, ਜਦੋਂ ਮੈਂ ਇੱਕ ਕੰਟਰਾਸਟ ਵਿੱਚ ਦੇਖਦਾ ਦੋਨਾਂ ਨੂੰ, ਤਾਂ ਫਿਰ ਪਤਾ ਲੱਗਦਾ ਵਾਓ, ਗੁਰੂ ਬਾਬਾ ਜੀ ਹੈਜ਼ ਗਿਵਨ ਅਸ ਵਟ ਆ ਐਕਚੁਅਲੀ ਪਰਫੈਕਟ ਸਕੂਲ ਆਫ ਥਾਟ ਇਨ ਐਕਚੁਅਲੀ ਸਪਿਰਿਚੁਅਲ ਟੀਚਿੰਗਸ, ਬਟ ਵੀ ਨੈਵਰ ਪੇ ਅਟੈਂਸ਼ਨ ਟੂਵਰਡ ਦੈਟ ਸਾਈਡ। ਹੁਣ ਜਿਵੇਂ ਬਾਤ ਕੀਤੀ ਜਾਂਦੀ ਹੈ ਕਿ ਦੋ ਇੰਡੀਵਿਜੂਅਲ ਵਿਆਹ ਦੇ ਰਿਸ਼ਤੇ 'ਚ ਬੱਝ ਰਹੇ ਨੇ, ਅਤੇ ਉਹਨਾਂ ਨੂੰ ਮੈਂ ਤਾਂ ਲਿਟਰਲੀ ਤੌਰ 'ਤੇ ਸਵਾਲ ਪੁੱਛਦਾ ਵੀ ਵਾਈ ਯੂ ਗਾਇਜ਼ ਵਾਂਟ ਟੂ ਗੈਟ ਮੈਰਿਡ। ਅਤੇ ਮੈਂ ਤੁਹਾਨੂੰ ਲਿਟਰਲੀ ਤੌਰ 'ਤੇ ਬਿਆਨ ਕਰਦਾ, 99.9% ਉਹਦਾ ਜਿਹੜਾ ਆਨਸਰ ਹੁੰਦਾ ਬਿਲਕੁਲ ਸੇਮ ਹੁੰਦਾ ਆ। ਉਹਦੇ 'ਚ ਸੇਮ ਆਨਸਰ ਇਹ ਹੁੰਦਾ ਹੈ ਕਿ ਵੀ ਡੋਂਟ ਨੋ। ਮਤਲਬ ਵਿਆਹ ਕਰਾ ਰਹੇ ਹੋ, ਇੱਕ ਰਿਸ਼ਤੇ 'ਚ ਜੀਣ ਜਾ ਰਹੇ ਹੋ, ਇਹ ਨਹੀਂ ਪਤਾ ਕਿਉਂ ਕਰਾ ਰਹੇ ਆ। ਫਿਰ ਇਹਦੇ 'ਚ ਅਰਾਊਂਡ 80-90% ਜਵਾਬ ਕਈ ਵਾਰੀ ਇਹ ਦਿੱਤਾ ਜਾਂਦਾ ਹੈਗਾ ਕਿ ਆਈ ਥਿੰਕ ਵੀ ਲਾਈਕ ਈਚ ਅਦਰ। ਇਹ ਕੋਈ ਬਹੁਤਾ ਉਮਦਾ ਸਵਾਲ ਨਹੀਂ ਹੈਗਾ, ਉਮਦਾ ਜਵਾਬ ਨਹੀਂ ਹੈਗਾ। ਅਸੀਂ ਤਾਂ ਬਹੁਤ ਚੀਜ਼ਾਂ ਲਾਈਕ ਕਰਦੇ ਹਾਂ ਸਵੇਰ ਤੋਂ ਸ਼ਾਮ ਤੱਕ, ਵਿਆਹ ਥੋੜ੍ਹਾ ਕਰਾ ਲੈਂਦੇ ਹਾਂ। ਅਤੇ ਫਿਰ ਇਹ ਵੀ ਹੈ, we sometimes realize that two individuals are getting married to each other. No. ਐਕਚੁਅਲ ਲੈਵਲ 'ਤੇ ਦੋ ਜਣਿਆਂ ਨੇ ਰਲ ਕੇ ਇੱਕ ਸੰਸਥਾ ਨਾਲ ਵਿਆਹ ਕਰਾਉਣਾ ਹੈ। ਉਹ ਸੰਸਥਾ ਦਾ ਨਾਂ ਹੈ ਮੈਰਿਡ ਲਾਈਫ, ਵਿਵਾਹੁਤਾ ਜੀਵਨ। ਜਿਹਨੂੰ ਇਹਦੀ ਸਮਝ ਨਹੀਂ ਹੈਗੀ ਨਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀਗਾ, ਵਿਆਹ ਹੋਵਾ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ। ਦੋ ਗੁਰਮੁਖ ਸਖੀਆਂ ਨੇ ਰਲ ਕੇ ਹਰ ਨੂੰ ਪਾਉਣਾ ਆ। ਅਸੀਂ ਕਹਿੰਦੇ ਹਾਂ ਅਸੀਂ ਰੱਬ ਨੂੰ ਆਪਣਾ ਬਣਾਉਣਾ, ਅਸੀਂ ਰੱਬ ਦੇ ਬਣ ਜਾਣਾ ਆ। ਠੀਕ ਹੈ ਭਾਈ, ਦੋ ਜੀ ਇੱਕ ਦੂਜੇ 'ਚ ਰੱਬ ਵੇਖ ਕੇ ਇੱਕ ਦੂਜੇ ਦੇ ਹੋ ਕੇ ਵੇਖੋ, ਇੱਥੋਂ ਬਾਅਦ ਸ਼ੁਰੂ ਹੋਏਗੀ। ਰੱਬ ਦਾ ਪਾਉਣਾ ਅਸਲ 'ਚ ਕੀ ਹੈ? ਬਾਣੀ ਦੇ ਮੁਤਾਬਕ ਰੱਬ ਦੇ ਸੁਭਾਅ ਨੂੰ ਪਾਉਣਾ ਆ। ਜੇ ਦੋ ਪਾਰਟਨਰ ਇੱਕ ਦੂਜੇ ਦਾ ਸੁਭਾਅ ਨਹੀਂ ਪਾ ਸਕਦੇ, ਰੱਬ ਦਾ ਸੁਭਾਅ ਤੇ ਬੜੀ ਦੂਰ ਦੀ ਗੱਲ ਹੈ। ਉਹ ਤੇ ਅਦ੍ਰਿਸ਼ਟ ਆ, ਉਹ ਦਿਸਦਾ ਹੀ ਨਹੀਂ ਕਿਤੇ। ਇਸ ਲਈ ਇਹ ਐਕਸਰਸਾਈਜ਼ ਹੈ ਇੱਕ ਲੈਵਲ ਦੀ। ਇਸ ਤਰੀਕੇ ਦੇ ਨਾਲ ਜੇ ਬੰਦਾ ਇੱਕ ਛੱਤ ਦੇ ਹੇਠ ਇੱਕ ਕਾਮਨ ਗੋਲ ਵਾਸਤੇ ਇੱਕ ਦੂਜੇ ਨੂੰ ਕੋਆਰਡੀਨੇਟ ਨਹੀਂ ਕਰ ਸਕਦਾ, ਕੋਆਰਡੀਨੇਸ਼ਨ ਨਹੀਂ ਆ ਸਕਦੀ ਉਹਦੇ ਵਿੱਚ, ਦੈਨ ਵਾਟ ਐਲਸ। ਆਪ ਅਹਿਸਾਸ ਕਰੋ, ਜਿਵੇਂ ਸਾਡੇ ਬਹੁਤ ਕਮਾਲ ਦਾ ਸਾਰਾ ਕਸਟਮ ਹੈ ਸਾਡਾ, ਜੋ ਦੋ ਇੰਡੀਵਿਜੂਅਲ ਲਾਵਾਂ ਲੈ ਰਹੇ ਹੁੰਦੇ ਨੇ, ਖਾਸ ਕਰਕੇ ਪ੍ਰਕਰਮਾ ਕਰ ਰਹੇ ਹੁੰਦੇ ਨੇ, ਅਤੇ ਇੱਕ ਪੱਲਾ ਉਹਨਾਂ ਦੇ ਵਿੱਚ ਹੁੰਦਾ ਆ। ਅਤੇ ਆਪ ਕਦੀ ਇਹਦੇ ਬਾਰੇ ਵਾਕਫ ਹੋਵੋ ਕਿ ਜਿਹੜਾ ਲਫ਼ਜ਼ ਆ ਆਪਣੇ ਆਪ 'ਤੇ ਬੜਾ ਭਾਵਪੂਰਤ ਹੈ। ਕਈ ਵਾਰ ਇਹਨੂੰ ਦਾਨਿਸ਼ਮੰਦਾਂ ਨੇ ਐਵੇਂ ਐਕਸਪਲੇਨ ਕੀਤਾ ਕਿ ਜਿਹੜੀ ਲਾਂ ਹੁੰਦੀ ਹੈ ਜਾਂ ਲਾ ਹੁੰਦੀ ਹੈ, ਇਹਨੂੰ ਕੁਝ ਪੰਜਾਬੀ ਏਰੀਆ ਡਾਇਲੈਕਟ ਦੇ ਵਿੱਚ ਜਿਵੇਂ ਲਾਭ, ਪੌਦ, ਪਿਉਂਦ, ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈਗਾ। ਛੋਟੀ ਪਨੀਰੀ, ਜਿਵੇਂ ਅਸੀਂ ਛੋਟੇ ਪਲਾਂਟਸ ਜਿਹੜੇ ਹੈਗੇ ਨੇ ਉਹ ਲੈ ਕੇ ਆਉਂਦੇ ਹੈਗੇ ਆ ਆਪਣੇ ਬੈਕਯਾਰਡ ਵਗੈਰਾ 'ਚ ਲਾਉਣ ਵਾਸਤੇ, ਜੋ ਸਮਰ ਸ਼ੁਰੂ ਹੁੰਦੀ ਹੈਗੀ, ਇਹਨੂੰ ਵੀ ਲਾਮ ਕਹਿ ਦਿੱਤਾ ਜਾਂਦਾ। ਕਹਿੰਦੇ ਲਾਮ ਦਾ ਮਤਲਬ ਇਹ ਹੈਗਾ। ਪਰ ਜਦੋਂ ਮੈਂ ਬਹੁਤ ਡਿਟੇਲ ਦੇ ਵਿੱਚ ਸ਼ਬਦਕੋਸ਼ ਦੇ ਵਿੱਚ ਦੇਖਿਆ ਤਾਂ ਫਿਰ ਪਤਾ ਲੱਗਾ ਨਹੀਂ, ਐਕਚੁਅਲੀ ਦਾ ਮੀਨਿੰਗ ਬਹੁਤ ਇੱਕ ਡਿਫਰੈਂਟ ਐਂਗਲ 'ਤੇ ਆ ਰਿਹਾ ਹੈਗਾ। ਜਿਵੇਂ ਸਮਰ ਟਾਈਮ ਦੇ ਵਿੱਚ ਅਸੀਂ ਕਈ ਵਾਰੀ ਕੱਪੜੇ ਧੋ ਕੇ ਬਾਹਰ ਓਪਨ 'ਚ ਜਿਹੜਾ ਕਿ ਸਨੀ ਵੈਦਰ ਸੁੱਕਣੇ ਪਾ ਦਿੰਦੇ ਹਾਂ,
तो जो कोई बाहर खड़ा हो शख्स तो उन्होंने कहने मेरी हैल्प करी माड़ी जी, कपड़ा मेरी नाल लां ते पवा दी। जी वो लां हैगी है ना, दैट इज़ यू कैन से काइंड ऑफ रॉब और लीश विच इज़ एक्चुअली हैंगिंग विद टू ऑबजैक्ट्स, हैल्पिंग विद द हैल्प ऑफ टू ऑबजैक्ट्स। वो जी चीज़ है वो तुम देखोगे उस इस तरीके का रूम होंगे वाया। एक्चुअल लैवल ते जो दो इंडिविजुअल्स वॉक कर रहे होंगे ने पल्ले दे नाल, पल्ले की मदद नाल, तो वो एक रूम होंदा है लाम। जे वो इस तरीके नाल तुरन के छेती तुरे या एक बिल्कुल हौली तुरे तो उस तरह कोऑर्डिनेशन ना बने, वो रूम गायब हो जाएगा विचों। तो फिर ये भी पॉसिबिलिटी है वो जी लाम है वो नहीं बनेगी, पल्ला छुट जाएगा। साडे जैसी इंडियन सब कॉन्टीनेंट के लिटरेचर च देखते हैं तो असं यहो जिहा बहुत लिटरेचर पढ़ सकते हैं जिस कहा जाता रहीमन धागा प्रेम का मत तोरो चटकाए। जिहड़ा प्रेम का धागा है इहनूं झटका ना लाओ। नैवर एवर ट्राई टू टेस्ट ईच अदर, स्पैशली इन दिस काइंड ऑफ रिलेशनशिप, मैरिड रिलेशनशिप है। बल्कि चाहिए तो यह है कि एक दूजे नाल कोऑर्डिनेट करो जिन्ना वध तो वध हो सके, क्योंकि तुसी दोवें एक दूजे नूं नहीं एक संस्था नूं विआए हो, संस्था नूं कायम रखना है हर हाल दे विच, मैरिज इंस्टीट्यूशन। सो वो तां पॉसीबल आ जे इस तरीके कोऑर्डिनेट करोगे, तो अदरवाइज धागा टुट जाएगा। जो टुट जाए तो फिर वो चक के गंढ मार दी दी है बन्नण वास्ते दोबारा। रहीम जी कहते हाँ गंढ पाई जा सकती, कोई ये गल नहीं है, वी कैन एक्चुअली मेक सम काइंड ऑफ नॉट इफ वी फाइंड आउट दैट थ्रेड इज ब्रोकन। बट उन्हें बात की कहते चेते रखी मत तोरो चटकाए, टूटे से फिर ना जुरै जुरै गांठ पर जाए। जो गंढ पै गई फिर उस धागे ते कदी एवें हथ फेर के देखा जिस तरीके दे नाल, जो हथ फेरोगे ना जिथे गंढ आ वो रड़केगी, उम्र पर रड़केगी। बी अवेयर अबाउट इट। एक बुनियादी बड़ी मतलब मैं समझदा इस तो वधिया की एग्जाम्पल लवांगे, की मिसालां लवांगे, गुरबाणी वर्गी रचना साडे कोल पई है। महाराज बयान करते कि जे तेनू महसूस हुंदा है कि इफ यू हैव सफिशिएंट एनफ कंपैशन कर्टसी लव then go with it। इनू स्प्रैड कर, वंड, क्योंकि वंडना ही है सब कुछ इस रूप दे विच। सो जदों घर साजन आ गया तो ਉਹਦੇ ਵਾਸਤੇ तो मैं देना ही देना है बस। तुसी कदों देखो जिहदे नाल बहुत स्नेह होए तो किते साडे गिरां साडे घर साडे कोल आ जाए मेहमान नवाजी वास्ते, जी करदा है किहड़ी चीज़ ना दे दईए। मैं तो लिटरली तौर पर देखा कोई बहुत सत्कारत सज्जन साडे कोल सानूं मिलने वास्ते आ जाए तो असी तो कई बार इत्थों तक हुंदा है भी जे घर दे अज्ज दिनां अगां ठंड वधनी है थोड़ी बहुती, जे किते हीट घट आ तो कहते थोड़ी हीट लग जी, अंदरों नवे नवे मौजे लभ के लियाउने उहदे पैरां 'च पाउने आ, उहनूं वधिया सोफे ते बिठाउने आ, उस तो वार्म चीज़ बना के लियाउने आ, वार वट असी जिन्ना कर सकते। क्यों? क्योंकि उत्थे बंदा अपने आप भुल जाता है। ये सारी कुदरत जिहड़ी है ना ये बनाई हुई कादर दी, ये उहदा रूप ही है। तो जिहड़े रूप उन्हें मैनू सहेजन वास्ते दिते ने उन्होंने तो मैं बहुत प्यार करा, बड़ा सत्कार करा, अपना आपा उन्होंने तो निछावर करता रहा। ये तो फिर एक फैमिली लाइफ डिवेलप होंदी है, एक परिवारक जिंदगी डिवेलप होंदी है, जिथे परिवारां दे इहो जिहा प्यार स्नेह खलूस मुहब्बत वंडी जा रही होए, उन्होंने हिरदे भर जाते हैं। तो ऐसे भरे हुए हिरदे जो समाज दे विच विचरदे ने, समाज फिर छलकदा उन्हां चीज़ां दे नाल। ये कोई बाहरों चीज़ नहीं तुसीं लिया सकते खरीद के भी लियाओ कुछ इस रूप दे विच। आ दुनिया जिस असीं जी रहे हैगे आ, आप देखोगे मतलब प्यार ते एक गदूर की गल रही, एक दूजे नूं टॉलरेट करना हार्ड होया पिया हैगा। आप पिछे अज दी न्यूज़ सुनी होए ते जो जिहड़ा हैगा एक तरह दे नाल जिन्हों इनटॉलरेंस कह लो रिलीजियस साइड तो फ्रांस तो शुरू होया काम, तो दुनिया भर दे विच वो सब चीज़ां फैल रही ने इस रूप दे विच। एक अजीब जी हालत बनती तुरी लगी जा रही है। ऑलरेडी मतलब कोविड-19 जो लंघ रहे हैं, वी आर ऑलरेडी डीलिंग विद सो मेनी काइंड ऑफ स्ट्रेसर्स एंड एट द सेम टाइम मैन मेड स्ट्रेसर्स आर कमिंग। मतलब ये सब चीज़ां बयान कर दी तो फिर
ਬੰਦਾ ਕਹੇਗਾ ਕਿ ਇਹ ਸੋਸਾਇਟੀ ਤੋਂ ਉਸਥੋਂ ਆ ਰਹੀ ਹੈ। ਭਾਈ ਇਹ ਘਰਾਂ ਚੋਂ, ਘਰਾਂ ਦੇ ਵਿੱਚ ਇੰਡੀਵਿਜੂਅਲਸ ਵਿੱਚੋਂ ਆ ਰਹੀ ਹੈ, ਇਸ ਰੂਪ ਦੇ ਅੰਦਰ ਹੈ। ਇਹ ਸਭ ਚੀਜ਼ਾਂ ਦੀ ਇਹ ਜੜ ਉੱਥੇ ਪਈ ਹੋਈ ਹੈ। ਸਾਹਿਬ ਪਾਤਸ਼ਾਹ ਨੇ ਤੇ ਬਿਆਨ ਕੀਤਾ, ਮਹਾਰਾਜ ਕਹਿੰਦੇ ਕਿ ਹੁਣ ਕੀ ਹੋਇਆ, ਅੰਤਰ ਰਤਨ ਪਦਾਰਥ ਮੇਰਾ ਪਰਮ ਤੱਤ ਵਿਚਾਰੋ। ਪਰਮ ਤੱਤ, ਸੁਪੀਰੀਅਰ ਬੀਇੰਗ, ਉਹਦਾ ਵਿਚਾਰ ਅੰਦਰ ਆ ਗਿਆ ਹੈਗਾ। ਹੁਣ ਮੈਨੂੰ ਵਨ ਬੀਇੰਗ ਵਿਚ ਇਜ਼ ਐਕਚੁਅਲੀ ਸਪਰੈਡਿੰਗ ਰੀਅਲ ਲਾਈਫ ਐਵਰੀਵੇਅਰ। ਆਈ ਐਮ ਕਨੈਕਟਡ ਵਿਦ ਦੈਟ ਰੀਅਲ ਬੀਇੰਗ। ਉਸ ਤੱਤ ਨਾਲ ਮੇਰੀ ਸਾਂਝ ਬਣ ਗਈ ਹੈ। ਜੰਤ ਭੇਖ ਤੂੰ ਸਫਲਿਓ ਦਾਤਾ, ਸਿਰ ਸਿਰ ਦੇਵਨਹਾਰੋ। ਜਿਹੜੇ ਜੀਵ ਜੰਤ ਨੇ, ਇਹ ਭੇਖ ਦਾ ਮਤਲਬ ਭਿਖਾਰੀ, ਤੇਰੇ ਮੰਗਤੇ ਨੇ, ਤੂੰ ਦੇਣ ਵਾਲਾ ਹੈਗਾ, ਤੇ ਤੂੰ ਸਫਲਿਓ। ਸਫਲਿਓ ਮੈਨੂੰ ਬੜਾ ਕਾਮਯਾਬ। ਅਕਾਲ ਪੁਰਖ ਵਾਹਿਗੁਰੂ ਦੇ ਘਰ 'ਚ ਨਾ ਕੱਲ ਕਮੀ ਹੈ, ਨਾ ਅੱਜ ਕਮੀ, ਨਾ ਹੁੰਦੇ ਕੱਲ ਕਮੀ ਹੈ, ਕਦੀ ਵੀ ਕਮੀ ਨਹੀਂ। ਬਾਣੀ ਕਹਿੰਦੀ ਤੂੰ ਆਪਣੇ ਸਾਰ ਤੱਤ ਦਾ ਅਹਿਸਾਸ ਕਰ ਕਦੀ। ਜਿਵੇਂ ਬੀਜ ਆ ਨਾ, ਤੇ ਬੀਜ ਦੇ ਵਿੱਚ ਐਬਿਲਿਟੀ ਪਈ ਹੈ ਹਰ ਤਰ੍ਹਾਂ ਦੀ। ਜਿਹਨੂੰ ਕਿਹਾ ਸੀਗਾ ਕਿ ਵਟਕ ਬੀਜ ਮੈਂ ਰਵ ਰਿਹੋ ਜਾਂ ਕੋ ਤੀਨ ਲੋਕ ਵਿਸਥਾਰ। ਇੱਕ ਬੋੜ ਦੇ ਛੋਟੇ ਜਿਹੇ ਬੀਜ ਦੇ ਵਿੱਚ ਇਹ ਕਿਹਾ ਜਾਏ, ਇਹਦੇ 'ਚ ਹਜ਼ਾਰਾਂ ਲੱਖਾਂ ਕਰੋੜਾਂ ਜ਼ਿੰਦਗੀਆਂ ਪਈਆਂ ਨੇ। ਤੇ ਕੋਈ ਬੰਦਾ ਕਹੇਗਾ ਨੋ ਇਟਸ ਨੋਟ, ਇਹ ਨਹੀਂ ਹੋ ਸਕਦਾ। ਭਾਈ ਪਈਆਂ ਨੇ ਉਹਦੇ ਵਿੱਚ। ਸਾਨੂੰ ਅੱਜ ਤਾਰਕਿਕ ਸਾਈਡ ਤੋਂ ਪਤਾ ਲੱਗਦਾ ਹੈ ਸਾਡੇ ਇਸੇ ਜੀਵਨ 'ਚ ਐਬਿਲਿਟੀ ਪਈ ਹੈ। ਅਸੀਂ ਆਪ ਸੁਖੀ ਹੋ ਸਕਦੇ ਹਾਂ, ਦੂਸਰਿਆਂ ਨੂੰ ਸੁਖੀ ਕਰ ਸਕਦੇ ਹਾਂ, ਅਸੀਂ ਸੁੱਖ ਦੇ ਮੰਜ਼ਰ ਪੈਦਾ ਕਰ ਸਕਦੇ ਹਾਂ ਜੀਵਨ ਦੇ ਵਿੱਚ। ਭਾਈ ਰੱਬ ਜੀ ਨੇ ਦਾਤ ਪਾਈ ਹੈ ਸਾਡੇ ਅੰਦਰ, ਸਿਰਫ ਇਹ ਸਮਝਣ ਦੀ ਲੋੜ ਹੈ। ਸਾਹਿਬ ਕਹਿੰਦੇ ਜੇ ਕੋਈ ਇਸ ਚੀਜ਼ ਦਾ ਗਾਹਕ ਬਣ ਜਾਏ ਤੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਹੀ ਰਵਦਾ ਹੋਇਆ ਇਸ ਚੀਜ਼ ਵਾਸਤੇ ਸਾਨੂੰ ਕਾਮਯਾਬ ਕਰੇਗਾ। ਕਿਆ ਜੰਤ ਭੇਖ ਤੂੰ ਸਫਲਿਓ ਦਾਤਾ, ਸਿਰ ਸਿਰ ਦੇਵਨਹਾਰੋ। ਤੇ ਸਭ ਸਿਰਾਂ ਤੇ ਦੇਣ ਵਾਲਾ ਤੂੰ ਜਾਨ ਗਿਆਨੀ ਅੰਤਰਜਾਮੀ ਆਪੇ ਕਾਰਨ ਕੀਨਾ। ਤੂੰ ਜਾਨੀ ਜਾਨ ਹੈ, ਗਿਆਨੀ ਹੈ, ਅੰਤਰਜਾਮੀ ਹੈ। ਇੱਥੇ ਜਾ ਕੇ ਰੈਸ਼ਨਲ ਮਾਈਂਡ ਜਿਹੜਾ ਨਾ ਬੜੀ ਚੰਗੀ ਚੀਜ਼ ਹੁੰਦੀ ਹੈ, ਇੰਟਲੈਕਟ ਬੰਦੇ ਦਾ। ਪਰ ਇੰਟਲੈਕਟ ਜਦੋਂ ਬੰਦੇ ਦੀ ਐਬਿਲਿਟੀ ਤੋਂ ਵੱਡਾ ਹੋ ਜਾਏ, ਜਿਵੇਂ ਅੱਜ ਅਸੀਂ ਜਿੰਨੇ ਜ਼ਿਆਦਾ ਰੈਸ਼ਨਲਿਸਟ ਹੋਈ ਜਾਂਦੇ ਹਾਂ, ਤਾਰਕਿਕ ਹੋਈ ਜਾਂਦੇ ਹਾਂ, ਉਹਨਾਂ ਜੀਵਨ ਸਾਡਾ ਜਿਹੜਾ ਆ ਨਾ ਡਰਾਈ ਹੁੰਦਾ ਲੱਗਾ ਜਾਂਦਾ ਹੈ। ਜੇ ਬੰਦਾ ਥੋੜ੍ਹਾ ਭਾਵਨਾ ਨਾਲ ਭਰ ਜਾਏ ਤੇ ਫਿਰ ਸੱਚਾਈ ਇਹ ਹੈ, ਬਹੁਤ ਸਾਰੀਆਂ ਚੀਜ਼ਾਂ ਭਾਵਨਾ ਮੁਤਾਹਿਤ ਹੋ ਕੇ ਚੱਲਦੀਆਂ ਨੇ। ਹਾਂ, ਇਹ ਤਾਂ ਨਹੀਂ ਬਿਲਕੁਲ ਇਰੈਸ਼ਨਲ ਹੋ ਕੇ ਬੰਦਾ ਸੁਪਰਸਟੀਸ਼ੀਅਸ ਲੈਵਲ 'ਤੇ ਜੀਏ ਤੇ ਕਿਸੇ ਦਾ ਕੋਈ ਸਾਡੀ ਐਕਸਪਲੋਇਟੇਸ਼ਨ ਕਰਨ ਲੱਗ ਜਾਏ। ਮਹਾਰਾਜ ਕਹਿੰਦੇ ਉਹ ਨਾ ਹੋਏ। ਪਰ ਇੱਕ ਜੀ ਚੇਤੇ ਰੱਖੀ, ਉਹ ਸਭ ਦੇ ਵਿੱਚ ਵਸ ਰਿਹਾ, ਸਭ ਕੁਝ ਜਾਣਨ ਵਾਲਾ। ਤੂੰ ਜਾਨ ਗਿਆਨੀ ਅੰਤਰਜਾਮੀ ਆਪੇ ਕਾਰਨ ਕੀਨਾ। ਕਰਨ ਕਰਾਉਣ ਵਾਲਾ ਵੀ ਆਪੇ ਹੀ ਹੈ। ਸੁਣੋ ਸਖੀ ਮਨ ਮੋਹਨ ਮੋਹਿਆ, ਤਨ ਮਨ ਅੰਮ੍ਰਿਤ ਪੀਨਾ। ਇਹ ਮੇਰੀ ਸਖੀ ਆ, ਗੱਲ ਮੇਰੀ ਸੁਣ। ਮੈਨੂੰ ਮੇਰੇ ਮੋਹਨ ਨੇ ਮੋਹ ਲਿਆ, ਉਹ ਸੱਜਣ ਨਾਲ ਮੇਰਾ ਮੋਹ ਲੱਗ ਗਿਆ ਹੈਗਾ। ਭਾਵ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੀ ਉਸ ਆਭਾ ਦੇ ਨਾਲ, ਉਹਦੀ ਹੋਂਦ ਦੇ ਨਾਲ ਸਾਂਝ ਬਣਾਉਣ ਦੀ ਜਾਚ ਆ ਗਈ ਹੈ। ਤਨ ਮਨ ਅੰਮ੍ਰਿਤ ਭਿੰਨਾ, ਜਿੱਥੋਂ ਬਾਤ ਸ਼ੁਰੂ ਹੋਈ ਸੀ ਕਿ ਮਨ ਤਨ ਅੰਮ੍ਰਿਤ ਭਿੰਨਾ, ਅੰਤਰ ਪ੍ਰੇਮ ਰਤਨਾ। ਮਨ ਕਰਕੇ, ਤਨ ਕਰਕੇ ਮੈਂ ਆਤਮਿਕ ਜੀਵਨ ਦੀ ਲੋਚ, ਮੈਂ ਦੁਨੀਆ ਡਿਫਰੈਂਟ ਵੇ ਨਾਲ ਪਰਸੀਵ ਕਰ ਰਿਹਾ। ਤੇ ਇਸ ਦੁਨੀਆ ਦੇ ਜਿਵੇਂ ਮੈਂ ਪਰਸੀਵ ਕਰ ਰਿਹਾ, ਮੈਨੂੰ ਖੁਸ਼ੀ ਮਿਲ ਰਹੀ ਹੈ, ਮੈਨੂੰ ਸੁੱਖ ਮਿਲ ਰਿਹਾ, ਮੈਨੂੰ ਸ਼ਾਂਤੀ ਮਿਲ ਰਹੀ ਹੈ, ਆਤਮਿਕ ਜੀਵਨ ਮਿਲ ਰਿਹਾ ਹੈਗਾ। ਆਖਰੀ ਪਦਾ ਇਹਦਾ ਰਹਿ ਗਿਆ ਜਿਹਦੀ ਵਿਚਾਰ ਆਉਂਦੇ ਕੱਲ ਕਰਨ ਦਾ ਯਤਨ ਹੋਏਗਾ। ਅੱਜ ਵਾਸਤੇ ਇੱਥੇ ਸਮਾਪਤੀ। ਭੁੱਲਾਂ ਗਲਤੀਆਂ ਨਾ ਚਿਤਾਰਨੀਆਂ। ਸਮੁੱਚੀ ਮਾਨਵਤਾ ਦੇ ਕਲਿਆਣ ਅਤੇ ਭਲੇ ਲਈ ਅਰਦਾਸ ਕਰਦਿਆਂ ਹੋਇਆਂ ਇੱਥੇ ਹੀ ਆਵਾਜ਼ ਦੇ ਕੇ ਕਹਿਣੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ